Welcome to my YouTube channel. Myself Dr. Krish Raman Patyar. Today we are going to discuss erythropoiesis. So erythropoiesis is made up of two words, erythrocytes plus poiesis. So erythropoiesis ਜਿਹੜਾ ਦੋ ਸ਼ਬਦਾਂ ਤੋਂ ਬਣਿਆ ਹੋਇਆ erythrocyte ਮਤਲਬ red blood cells, poiesis means to synthesis, to make or to generate. So erythropoiesis is the process of origin, synthesis and development of red blood cells in human body. So erythropoiesis ਕੀ ਉਹ ਪ੍ਰਕਿਰਿਆ ਆ ਜਿਹਦੇ ਨਾਲ ਸਾਡੀ ਬੋਡੀ ਦੇ ਵਿੱਚ ਰੈੱਡ ਬਲੱਡ ਸੈਲਸ ਬਣਦੇ ਆ, ਉਹਨਾਂ ਦੀ ਡਿਵੈਲਪਮੈਂਟ ਹੁੰਦੀ ਹੈ, ਉਸ ਨੂੰ ਆਪਾਂ erythropoiesis ਕਹਿੰਦੇ ਆ। ਸੋ ਤੇ ਫੁੱਲੀ ਮੈਚੋਰ ਇਥਰੋਸਾਈਟਸ ਫਰਦਰ ਫਿਰ ਅੱਗੇ ਆਕਸੀਜਨ ਕੈਰਿੰਗ ਜਾਂ ਕਾਰਬਨ ਡਾਈਆਕਸਾਈਡ ਕੈਰਿੰਗ ਜਾਂ ਗੈਸਿਸ ਐਕਸਚੇਂਜਿਸ ਵਾਸਤੇ ਵਰਤੋਂ ਵਿੱਚ ਆਉਂਦੇ ਆ ਹਿਊਮਨ ਬੋਡੀ ਦੇ ਵਿੱਚ। So in previous lecture we have already discussed hematopoiesis and its in hematopoiesis stem cells, pluripotent hematopoietic stem cell is further divided into lymphoid and stem cells and myeloid stem cells. So ਜਿਹੜੇ erythropoiesis ਦੇ steps ਹੈਗੇ ਆ ਉਹ myeloid series ਤੋਂ stem cells ਤੋਂ ਹੀ ਅੱਗੇ ਬਣਦੇ ਆ। So different steps involved in erythropoiesis are, different stages of erythropoiesis are pronormoblast, basophilic normoblast, polychromatophilic normoblast, orthochromatophilic normoblast, reticulocyte, and finally fully mature red blood corpuscles या red blood cells which is capable of carrying oxygen. So ਪਿਛਲੇ ਲੈਕਚਰ ਅਸੀਂ ਪੜ੍ਹਿਆ ਸੀਗਾ ਕਿ ਸਭ ਤੋਂ ਪਹਿਲਾਂ stem cells ਫਰਦਰ ਡਿਵਾਈਡ ਹੋ ਜਾਂਦਾ ਲਿੰਫੋਇਡ ਸੀਰੀਜ਼ ਦੇ ਵਿੱਚ ਅਤੇ ਮਾਈਲੋਇਡ ਸੀਰੀਜ਼ ਦੇ ਵਿੱਚ। ਅਤੇ ਇਹਨਾਂ ਦੀ ਖਾਸੀਅਤ ਹੀ ਸਟੈਮ ਸੈੱਲ ਦੀ ਇਹ ਹੁੰਦੀ ਹੈ ਤਾਂ ਇੱਕ ਤੋਂ ਵੱਧ ਕਿਸਮਾਂ ਦੇ ਵਿੱਚ ਇਹ ਜਿਹੜੇ ਡਿਫਰੈਂਸ਼ੀਏਟ ਹੋ ਸਕਦੇ ਆ ਕੰਡੀਸ਼ਨਸ ਦੇ ਹਿਸਾਬ ਨਾਲ ਜਾਂ ਅਵੇਲੇਬਿਲਿਟੀ ਆਫ ਦਾ ਗਰੋਥ ਫੈਕਟਰ ਜਾਂ ਡਿਵੈਲਪਮੈਂਟ ਫੈਕਟਰ ਦੇ ਹਿਸਾਬ ਦੇ ਨਾਲ। ਸੋ erythropoiesis ਦੇ ਵਿੱਚ ਵੱਖ-ਵੱਖ ਡਿਵੈਲਪਮੈਂਟ ਸਟੇਜਿਸ ਹੈਗੀਆਂ ਜਿਹੜੀਆਂ ਬੋਨ ਮੈਰੋ ਦੇ ਅੰਦਰ, ਰੈੱਡ ਬੋਨ ਮੈਰੋ ਦੇ ਅੰਦਰ ਹੁੰਦੀਆਂ। ਸੋ ਸਟੇਜਿਸ ਆਪਾਂ ਆਲਰੇਡੀ ਡਿਸਕਸ ਕਰ ਲਈਆਂ, ਪ੍ਰੋਨੋਰਮੋਬਲਾਸਟ, ਬੇਸੋਫਿਲਿਕ ਨੋਰਮੋਬਲਾਸਟ, ਪੋਲੀਕ੍ਰੋਮੈਟੋ ਨੋਰਮੋਬਲਾਸਟ, ਆਰਥੋਕ੍ਰੋਮੈਟੋਫਿਲਿਕ ਨੋਰਮੋਬਲਾਸਟ ਅਤੇ ਰੈਟੀਕੂਲੋਸਾਈਟ ਅਤੇ ਮੈਚਿਓਰ ਰੈੱਡ ਬਲੱਡ ਸੈਲਸ। ਸੋ ਇਹਦੇ ਵਿੱਚ ਯਾਦ ਰੱਖਣ ਵਾਲੀ ਸਿੰਪਲ ਜਿਹਾ ਇੱਕ ਹੈਕ ਹੈ। ਸੋ ਜਿਹੜੇ ਵੀ ਸੈਲਸ ਦੇ ਨਾਮ ਦੇ ਪਿੱਛੇ ਬਲਾਸਟ ਲੱਗਿਆ ਹੋਇਆ, ਮਤਲਬ ਜਿਹੜਾ ਸੁਫਿਕਸ ਹੈਗਾ ਬਲਾਸਟ ਲੱਗਿਆ ਹੋਇਆ, ਉਹਨਾਂ ਦੀ ਸਾਰਿਆਂ ਦੀ ਸਿੰਥਸਿਸ ਜਿਹੜੀ ਹੈਗੀ ਆ ਬੋਨ ਮੈਰੋ ਦੇ ਅੰਦਰ ਹੀ ਹੈ। ਠੀਕ ਹੈ, ਉਹ ਡਿਵੈਲਪਮੈਂਟ ਸਟੇਜਿਸ ਦੀ erythropoiesis ਦੀ। ਸੋ ਉਸ ਤੋਂ ਬਾਅਦ ਜਿਹਦੇ ਪਿੱਛੇ ਸਾਈਟ ਲੱਗ ਗਿਆ ਤਾਂ ਉਹ ਮੈਚਿਓਰ ਸੈਲਸ ਹੈ ਜਾਂ ਪ੍ਰੀ ਮੈਚਿਓਰ ਸੈਲਸ ਦੀ ਸੈਕੰਡ ਲਾਸਟ ਸਟੇਜ ਹੈ ਜਿਹੜੀ ਬਲੱਡ ਸਰਕੂਲੇਸ਼ਨ ਦੇ ਵਿੱਚ ਆ ਜਾਂਦੀ ਹੈ ਅਤੇ ਫੁੱਲੀ ਮੈਚਿਓਰ ਆਪਣਾ ਫੰਕਸ਼ਨ ਕਰਨ ਵਾਸਤੇ ਐਲੀਜੀਬਲ ਹੋ ਜਾਂਦੀ ਹੈ ਅਤੇ ਉਹ ਆਪਣਾ ਉਹ ਕੰਮ ਕਰਦੀ ਹੈ। ਸੋ ਡਿਫਰੈਂਟ ਸਟੇਜਿਸ ਆਪਾਂ ਵਨ ਬਾਏ ਵਨ ਡਿਸਕਸ ਕਰਾਂਗੇ। ਸਭ ਤੋਂ ਪਹਿਲੀ ਸਟੇਜ ਜਿਹੜੀ ਬੋਨ ਮੈਰੋ 'ਚ ਬਣਦੀ ਹੈ ਉਹ ਹੈਗੀ ਆ ਪ੍ਰੋਨੋਰਮੋਬਲਾਸਟ ਜਾਂ ਇਹਨੂੰ ਅਦਰ ਨੇਮ ਇਰੀਥਰੋਬਲਾਸਟ ਵੀ ਕਹਿ ਦਿੰਦੇ ਆ। ਹੁਣ ਬਲਾਸਟ ਪਤਾ ਚੱਲ ਰਿਹਾ ਕਿ ਬੋਨ ਮੈਰੋ 'ਚ ਹੋ ਰਹੀ ਹੈ। ਸੋ ਇਹਦੇ ਕੀ ਕਰੈਕਟਰਿਸਟਿਕਸ ਫੀਚਰਸ ਹੈ, ਇਟ ਹੈਜ਼ ਲਾਰਜ ਰਾਊਂਡ ਸੈੱਲ, it is a large round cell, diameter 15 to 17 micrometer, nucleus is large and occupy most of the cell, cytoplasm is blue, no hemoglobin synthesis in this stage of erythropoiesis. ਸੋ ਪ੍ਰੋਨੋਰਮੋਬਲਾਸਟ ਜਿਹੜੀ ਕਿ erythropoiesis ਦੀ ਪਹਿਲੀ ਸਟੇਜ ਹੈ, ਇਹਦੇ ਵਿੱਚ ਜਿਹੜਾ ਸੈੱਲ ਬਣਦਾ ਆ ਬੋਨ ਮੈਰੋ ਦੇ ਵਿੱਚ ਉਹ ਗੋਲ ਅਤੇ ਵੱਡਾ ਹੁੰਦਾ ਅਤੇ ਇਹਦਾ ਡਾਇਆਮੀਟਰ 15 ਤੋਂ 17 ਮਾਈਕਰੋਮੀਟਰ ਆ, ਨਿਊਕਲੀਅਸ ਵੀ ਇਹਦਾ ਵੱਡਾ ਆ ਅਤੇ ਜਿਹੜਾ ਪੂਰੇ ਸਾਈਟੋਪਲਾਜ਼ਮ ਦੇ ਵਿੱਚ ਫੈਲਿਆ ਹੁੰਦਾ ਅਤੇ ਇਹਦਾ ਸਾਈਟੋਪਲਾਜ਼ਮ ਜਿਹੜਾ ਨੀਲੇ ਰੰਗ ਦਾ ਅਤੇ ਇਸ ਸਟੇਜ ਦੇ ਵਿੱਚ ਹੀਮੋਗਲੋਬਿਨ ਦੀ ਸਿੰਥਸਿਸ ਜਿਹੜੀ ਹੈ ਨਹੀਂ ਹੁੰਦੀ। ਨੈਕਸਟ ਸਟੇਜ erythropoiesis ਦੀ ਨੂੰ ਆਪਾਂ ਕਹਿੰਦੇ ਹਾਂ ਅਰਲੀ ਨੋਰਮੋਬਲਾਸਟ ਜਾਂ ਇਹਨੂੰ ਬੇਸੋਫਿਲਿਕ ਨੋਰਮੋਬਲਾਸਟ ਵੀ ਕਹਿ ਸਕਦੇ ਹਾਂ। ਨਾਮ ਤੋਂ ਪਤਾ ਚੱਲ ਰਿਹਾ ਬੇਸੋਫਿਲਿਕ ਮਤਲਬ ਉਹ ਵਾਲਾ ਸੈੱਲ ਜਿਹੜਾ ਬੇਸਿਕ ਡਾਈ ਨੂੰ ਲਵ ਕਰਦਾ, ਇਟ ਮੀਨਸ ਉਹ ਬੇਸਿਕ ਡਾਈ ਦੇ ਨਾਲ ਰੰਗਿਆ ਜਾ ਸਕਦਾ। ਐਵਰੇਜ ਡਾਇਆਮੀਟਰ ਇਹਦਾ 13 ਤੋਂ 17 ਮਾਈਕਰੋਮੀਟਰ ਹੈ, ਨਿਊਕਲੀਅਸ ਇਹਦਾ ਸਲਾਈਟਲੀ ਸਮੋਲ ਹੋ ਜਾਂਦਾ ਪ੍ਰੋਨੋਰਮੋਬਲਾਸਟ ਨਾਲੋਂ, ਪਹਿਲੀ ਸਟੇਜ ਨਾਲੋਂ। ਸਾਈਟੋਪਲਾਜ਼ਮ ਜਿਹੜਾ ਹੈ ਦੈਟ ਇਜ਼ ਡੀਪ ਬਲੂ ਡਿਊ ਟੂ ਦਾ ਪ੍ਰੈਜ਼ੈਂਸ ਆਫ ਹਾਈ ਕੰਸਨਟ੍ਰੇਸ਼ਨ ਆਫ RNA। ਸੋ ਨਿਊਕਲੀਅਸ ਦੇ ਵਿੱਚ ਕੀ ਆ, ਜੈਨੇਟਿਕ ਮਟੀਰੀਅਲ RNA ਦੀ ਪ੍ਰੈਜ਼ੈਂਸ ਕਰਕੇ ਸਾਈਟੋਪਲਾਜ਼ਮ ਜਿਹੜਾ ਆ ਜ਼ਿਆਦਾ ਗੂੜਾ ਨੀਲੇ ਰੰਗ ਦਾ ਨਜ਼ਰ ਆਉਂਦਾ ਅਤੇ ਇਸ ਸਟੇਜ ਦੇ ਵਿੱਚ ਵੀ ਹੀਮੋਗਲੋਬਿਨ ਦੀ ਸਿੰਥਸਿਸ ਜਿਹੜੀ ਆ ਨਹੀਂ ਹੁੰਦੀ। ਸੋ ਨੈਕਸਟ ਸਟੇਜ erythropoiesis ਦੀ ਡਿਵੈਲਪਮੈਂਟ ਸਟੇਜ ਹੈਗੀ ਹੈ ਦੈਟ ਇਜ਼ ਇੰਟਰਮੀਡੀਏਟ ਨੋਰਮੋਬਲਾਸਟ, ਜਿਹਨੂੰ ਆਪਾਂ ਪੋਲੀਕ੍ਰੋਮੈਟਿਕ ਨੋਰਮੋਬਲਾਸਟ ਵੀ ਕਹਿ ਸਕਦੇ ਹਾਂ। ਪੋਲੀ ਮੀਨਸ ਇੱਕ ਤੋਂ ਜ਼ਿਆਦਾ, ਕ੍ਰੋਮੈਟਿਕ ਮੀਨਸ ਕਲਰ, ਜਦੋਂ ਇੱਕ ਤੋਂ ਵੱਧ ਕਲਰ ਨਜ਼ਰ ਆਉਣ ਜਿਸ ਸੈੱਲ ਦੇ ਵਿੱਚ। ਸੋ ਸਮੋਲਰ ਇਨ ਸਾਈਜ਼, ਡਾਇਆਮੀਟਰ 11 to 15 ਮਾਈਕਰੋਮੀਟਰ, ਤੋਂ ਇਹਦਾ ਸਾਈਜ਼ ਪਹਿਲੀਆਂ ਦੋ ਸਟੇਜਾਂ ਨਾਲੋਂ ਘੱਟ ਹੈ ਅਤੇ ਡਾਇਆਮੀਟਰ ਇਹਦਾ 11 ਤੋਂ 15 ਮਾਈਕਰੋਮੀਟਰ ਹੀ ਰਹਿ ਜਾਂਦਾ। ਨਿਊਕਲੀਅਸ ਵੀ ਘੱਟ ਜਾਂਦਾ, ਨਿਊਕਲੀਅਸ ਇਜ਼ ਆਲਸੋ ਰਿਡਿਊਸਡ।
ਬਟ ਇਹ ਫਿਰ ਵੀ ਇਹ ਪੂਰੇ ਸਾਈਟੋਪਲਾਜ਼ਮ ਦੇ ਵਿੱਚ ਫੈਲਿਆ ਰਹਿੰਦਾ ਹੈ। ਸਾਈਟੋਪਲਾਜ਼ਮ ਕਲਰ ਆਲਸੋ ਚੇਂਜਸ ਫਰੋਮ ਬਲੂ ਡਿਊ ਟੂ ਦਾ ਫਾਰਮੇਸ਼ਨ ਆਫ ਹੀਮੋਗਲੋਬਿਨ ਇਨ ਦਾ ਸਟੇਜ। ਸੋ ਇਸ ਸਟੇਜ ਦੇ ਵਿੱਚ ਕੀ ਆ, ਇੰਟਰਮੀਡੀਏਟ ਨੋਮੋਬਲਾਸਟ ਦੇ ਵਿੱਚ ਕੀ ਆ, ਹੀਮੋਗਲੋਬਿਨ ਦੀ ਸਿੰਥੇਸਿਸ ਸ਼ੁਰੂ ਹੋ ਜਾਂਦੀ ਹੈ। ਇਸ ਕਰਕੇ ਜਿਹੜਾ ਸਾਈਟੋਪਲਾਜ਼ਮ ਦਾ ਬਲੂ ਕਲਰ ਹੈ ਉਹ ਵੀ ਮੁੜਨਾ ਸ਼ੁਰੂ ਹੋ ਜਾਂਦਾ। ਨੈਕਸਟ ਸਟੇਜ ਇਜ਼ ਦਾ ਲੇਟ ਨੋਮੋਬਲਾਸਟ, ਜਿਹਨੂੰ ਆਪਾਂ ਔਰਥੋ ਕ੍ਰੋਮੈਟਿਕ ਨੋਮੋਬਲਾਸਟ ਵੀ ਕਹਿ ਦਿੰਦੇ ਆ। ਔਰਥੋ ਦਾ ਲੈਟਿਨ ਵਰਡ ਹੁੰਦਾ ਸਾਈਡ 'ਚ ਲਗਾਉਣਾ। ਸੋ ਇਹਦੇ 'ਚ ਤੁਸੀਂ ਦੇਖੋਗੇ ਜਿਹੜਾ ਨਿਊਕਲੀਅਸ ਹੈਗਾ ਹੌਲੀ ਹੌਲੀ ਸੈੱਲ ਦੇ ਪੈਰੀਫਰੀ ਦੇ ਕੋਲ ਆ ਜਾਂਦਾ ਅਤੇ ਅਲਟੀਮੇਟਲੀ ਦਾ ਕੀ ਆ, ਨਿਊਕਲੀਅਸ ਦਾ ਲਾਸ ਹੋ ਜਾਂਦਾ RBCs ਦੇ ਵਿੱਚੋਂ। ਸੋ ਡਾਇਆਮੀਟਰ ਜਿਹੜਾ ਹੈਗਾ ਦਾ ਫਰਦਰ ਹੋਰ ਘੱਟ ਜਾਂਦਾ 8 ਤੋਂ 10 ਮਾਈਕਰੋਮੀਟਰ। ਇਸ ਸਟੇਜ ਦੇ ਵਿੱਚ ਨਿਊਕਲੀਅਸ ਜਿਹੜਾ ਇਜ਼ ਵੈਰੀ ਸਮੋਲ ਇਨ ਸਾਈਜ਼ ਐਂਡ ਸਲੋਲੀ ਸਟਾਰਟ ਟੂ ਡਿਸਪੀਅਰ ਫਰੋਮ ਦਾ ਸਾਈਟੋਪਲਾਜ਼ਮ। ਅਤੇ ਹੌਲੀ ਹੌਲੀ ਸਾਈਟੋਪਲਾਜ਼ਮ ਤੋਂ ਇਹ ਕੀ ਆ, ਲਾਸ ਨਿਕਲਣਾ ਸ਼ੁਰੂ ਹੋ ਜਾਂਦਾ। ਸਾਈਟੋਪਲਾਜ਼ਮ ਇਜ਼ ਪਿੰਕ, ਸਾਈਟੋਪਲਾਜ਼ਮ ਦਾ ਕਲਰ ਜਿਹੜਾ ਪਿੰਕ ਹੋ ਜਾਂਦਾ ਅਤੇ ਇਹਦੇ ਵਿੱਚ ਹੀਮੋਗਲੋਬਿਨ ਪ੍ਰੈਜ਼ੈਂਟ ਹੁੰਦਾ। ਸੋ ਨੈਕਸਟ ਸੈਕਿੰਡ ਲਾਸਟ ਸਟੇਜ ਇਜ਼ ਦਾ ਰੈਟੀਕੂਲੋਸਾਈਟ। ਸੋ ਸਾਈਟ ਜਿੱਥੇ ਸੈੱਲ ਦੇ ਪਿੱਛੇ ਲੱਗ ਗਿਆ ਦਾ ਮਤਲਬ ਕਿ ਇਟਸ ਨਾਓ ਮੈਚਿਓਰ ਸੈੱਲ ਜਾਂ ਬੇਬੀ RBC ਜਿਹੜਾ ਕਿ ਹੁਣ ਬਲੱਡ ਸਰਕੂਲੇਸ਼ਨ 'ਚ ਆ ਕੇ ਆਪਣਾ ਕੰਮ ਕਰੇਗਾ। ਸੋ ਇਮੈਚਿਓਰ RBC ਇਜ਼ ਦਾ 1% ਆਫ ਦਾ RBC। ਸੋ ਮੈਚਿਓਰ ਟੋਟਲ RBCs ਦਾ ਸਿਰਫ 1% ਹੀ ਆ। ਇਹਦਾ ਡਾਇਆਮੀਟਰ 8 ਮਾਈਕਰੋਮੀਟਰ ਰਹਿ ਜਾਂਦਾ। ਨਿਊਕਲੀਅਸ ਜਿਹੜਾ ਆ ਹੌਲੀ ਹੌਲੀ ਕੰਪਲੀਟਲੀ ਡਿਸਪੀਅਰ ਹੋ ਜਾਂਦਾ। ਰੈਮਨੈਂਟਸ ਆਫ RNA ਇਜ਼ ਪ੍ਰੈਜ਼ੈਂਟ, ਰੈਮਨੈਂਟ ਮਤਲਬ ਅੰਸ਼, ਕੁਝ ਛੋਟੇ ਟੁਕੜੇ ਜਿਹੇ RNA ਦੇ ਵਿੱਚ ਇਹਦੇ ਵਿੱਚ ਪ੍ਰੈਜ਼ੈਂਟ ਹੋ ਜਾਂਦੇ ਆ, ਜਿਹੜੇ ਕਿ ਰੰਗੇ ਬਲੂ ਕਲਰ ਦੇ ਨਜ਼ਰ ਆਉਂਦੇ ਆ ਮਾਈਕਰੋਸਕੋਪ ਦੇ ਨੀਚੇ। ਸੋ ਇਹ ਜਿਹੜਾ ਰੈਮਨੈਂਟਸ ਆਫ RNA ਆ, ਇਹ ਪਰਟੀਕੂਲਰ ਕਰੈਕਟਰਿਸਟਿਕ ਫੀਚਰ ਹੈਗਾ ਰੈਟੀਕੂਲੋਸਾਈਟਸ ਦਾ, ਜਿੱਥੇ ਇਹ ਪਛਾਣੇ ਜਾਂਦੇ ਆ। ਅਤੇ ਇਹਦੇ ਵਿੱਚ ਕੀ ਹੈ, ਹੀਮੋਗਲੋਬਿਨ ਪ੍ਰੈਜ਼ੈਂਟ ਹੈ। ਜੇ ਤੁਸੀਂ ਮੋਰਫੋਲੋਜੀ ਆਫ RBCs ਵਾਲੇ ਲੈਕਚਰ ਧਿਆਨ ਨਾਲ ਸੁਣਿਆ ਹੋਵੇ ਤਾਂ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਜਿਹੜਾ ਮੈਚਿਓਰ RBCs ਹੈ ਉਹ ਏ ਨਿਊਕਲੀਏਟਡ ਹੁੰਦਾ ਅਤੇ ਵਿਦਆਊਟ ਐਨੀ ਔਰਗਨੈਲੀ। ਅਤੇ ਉਹਦੀ ਸ਼ੇਪ ਜਿਹੜੀ ਹੈਗੀ ਆ ਬਾਈਕਨਕੇਵ, ਡੰਬਲ ਸ਼ੇਪ ਜਾਂ ਡਿਸਕ ਲਾਈਕ ਸਟਰਕਚਰ ਹੁੰਦਾ। ਸੋ ਡਿਫਰੈਂਟ ਸਟੇਜਿਸ ਦੇ ਵਿੱਚ ਜਦੋਂ RBC ਡਿਵੈਲਪ ਕਰਦਾ ਉਹਦੇ ਕੋਲ ਨਿਊਕਲੀਅਸ ਪ੍ਰੈਜ਼ੈਂਟ ਹੁੰਦਾ, ਬਟ ਹੌਲੀ ਹੌਲੀ ਜਿੱਦਾਂ ਜਿੱਦਾਂ ਇਹ ਮੈਚਿਓਰ ਫੁੱਲੀ ਫਾਈਨਲ ਸਟੇਜ ਦੇ ਵੱਲ ਜਾਂਦਾ ਤਾਂ ਇਹਦਾ ਨਿਊਕਲੀਅਸ ਵੀ ਜਿਹੜਾ ਹੈਗਾ ਆ ਉਹ ਲੋਸ ਹੋ ਜਾਂਦਾ, ਕਿਉਂ ਬਸ ਇਹਦੇ ਕੋਲ ਸਿਰਫ ਹੀਮੋਗਲੋਬਿਨ ਹੀ ਰਹਿ ਜਾਂਦਾ, ਕਿਉਂਕਿ ਇਹਦਾ ਮੇਨ ਕੰਮ ਕੀ ਆ, ਆਕਸੀਜਨ ਨੂੰ ਕੈਰੀ ਕਰਨਾ। ਸੋ ਹੀਮੋਗਲੋਬਿਨ ਹੀਮੋਗਲੋਬਿਨ ਜਿਹੜਾ ਆਕਸੀਜਨ ਨੂੰ ਕੈਰੀ ਕਰਦਾ। ਸੋ ਫਾਈਨਲ ਸਟੇਜ ਦੇ ਵਿੱਚ ਕੀ ਆ, ਸਾਰੀ ਔਰਗਨੈਲਿਸ ਅਤੇ ਸਾਰੇ ਨਿਊਕਲੀਅਸ ਦੀ ਇਹਦੇ 'ਚੋਂ ਲੋਸ ਹੋ ਜਾਂਦਾ ਅਤੇ ਉਹ ਸਿਰਫ ਇਹਦੇ ਕੋਲ ਹੀਮੋਗਲੋਬਿਨ ਰਹਿ ਜਾਏਗਾ। ਸੋ ਲਾਸਟ ਸਟੇਜ ਦਾ ਮੈਚਿਓਰ RBCs, ਐਵਰੇਜ ਡਾਇਆਮੀਟਰ ਇਜ਼ 7.4 ਮਾਈਕਰੋਮੀਟਰ, ਸ਼ੇਪ ਇਜ਼ ਸਰਕੂਲਰ, ਬਾਈਕਨਕੇਵ, ਡਿਸਕ ਲਾਈਕ ਐਂਡ ਨੋਨ ਨਿਊਕਲੀਏਟਡ। ਹੀਮੋਗਲੋਬਿਨ ਇਹ 'ਚ ਪ੍ਰੈਜ਼ੈਂਟ ਹੁੰਦਾ ਅਤੇ ਇਹਦੀ ਲਾਈਫ ਸਪੈਨ ਜਿਹੜੀ ਆ 120 ਡੇਜ਼ ਹੈ, ਮਤਲਬ ਇਹ 120 ਦਿਨ ਤੱਕ ਸੈੱਲ ਦੇ ਵਿੱਚ ਜਿੰਦਾ ਰਹਿੰਦਾ ਅਤੇ ਆਪਣਾ ਕੰਮ ਕਰਦਾ, ਜਿਹੜਾ ਕਿ ਮੇਨ ਟਰਾਂਸਪੋਰਟ ਆ ਰੈਸਪਾਇਰੇਟਰੀ ਗੈਸਿਸ ਦਾ, ਆਕਸੀਜਨ ਅਤੇ ਕਾਰਬਨ ਡਾਈਆਕਸਾਈਡ ਨੂੰ ਕੈਰੀ ਕਰਦਾ। ਸੋ ਇਹ ਡਿਫਰੈਂਟ ਸਟੇਜਿਸ ਆ ਜਿਹਦੇ ਥਰੂ RBCs ਗੁਜ਼ਰਦਾ ਆ ਫੁੱਲੀ ਮੈਚਿਓਰ RBCs ਬਣਨ ਵਾਸਤੇ। ਸੋ ਫਾਈਨਲ ਸਟੇਜ ਦੇ ਵਿੱਚ ਇਹਦੇ 'ਚ ਕੋਈ ਨਿਊਕਲੀਅਸ ਪ੍ਰੈਜ਼ੈਂਟ ਨਹੀਂ ਰਹਿੰਦਾ, ਸਿਰਫ ਇਹ ਹੀਮੋਗਲੋਬਿਨ ਦੇ ਨਾਲ ਹੀ ਭਰਿਆ ਰਹਿੰਦਾ। ਹੀਮੋਗਲੋਬਿਨ ਬਣਿਆ ਹੀਮ ਅਤੇ ਗਲੋਬਿਨ ਦਾ, ਅਤੇ ਹੀਮ ਫਰਦਰ ਬਣਿਆ ਹੋਇਆ ਆਇਰਨ ਦਾ, ਜਿਹਦੇ ਨਾਲ ਆਕਸੀਜਨ ਅਤੇ ਕਾਰਬਨ ਡਾਈਆਕਸਾਈਡ ਗੈਸ ਜਿਹੜੀ ਆ ਬਾਈਂਡ ਕਰਦੀ ਆ। ਸੋ ਇਸ ਨਾਲ RBC ਫੁੱਲੀ ਮੈਚਿਓਰ ਹੋਣ ਤੋਂ ਬਾਅਦ 120 ਦਿਨ ਤੱਕ ਆਪਣਾ ਕੰਮ ਕਰਦਾ ਅਤੇ ਉਸ ਤੋਂ ਬਾਅਦ ਇਹਦੀ ਏਜਿੰਗ ਸ਼ੁਰੂ ਹੋ ਜਾਂਦੀ ਹੈ। ਏਜਿੰਗ ਤੋਂ ਬਾਅਦ ਇਹ ਜਿਹੜਾ ਹੈਗਾ ਡਿਸਟਰੋਏ ਹੋ ਜਾਂਦਾ ਸਪਲੀਨ ਦੇ ਵਿੱਚ। ਸਪਲੀਨ ਨੂੰ ਅਸੀਂ ਗਰੇਵ ਯਾਰਡ ਆਫ ਦਾ ਹਿਊਮਨ ਬਾਡੀ ਵੀ ਕਹਿੰਦੇ ਹਾਂ, ਮਤਲਬ ਕਬਰਿਸਤਾਨ ਹਿਊਮਨ ਬਾਡੀ ਦਾ, ਜਿੱਥੇ ਜਾ ਕੇ ਖ਼ਤਮ ਹੁੰਦਾ। ਅਤੇ ਇਸ ਤਰ੍ਹਾਂ RBCs ਦਾ ਜਿਹੜਾ ਲਾਈਫ ਸਪੈਨ ਹੈ ਉਹ ਖ਼ਤਮ ਹੋ ਜਾਏਗਾ। ਸੋ ਇਹ ਇੱਕ ਪਿਕਚਰ ਆਫ ਫਲੋ ਚਾਰਟ ਡਾਇਗਰਾਮ ਆ ਜਿਹੜਾ ਓਵਰਆਲ ਹੀਮੈਟੋਪਾਇਸਿਸ ਨੂੰ ਦਿਖਾ ਰਹੀ ਹੈ, ਬਟ ਅਸੀਂ ਇਸ ਲੈਕਚਰ ਦੇ ਵਿੱਚ ਡਿਸਕਸ ਕਰ ਰਹੇ ਹਾਂ ਐਰਥਰੋਪਾਇਸਿਸ। ਸੋ ਮਲਟੀਪੋਟੈਂਟ ਜਾਂ ਪਲੂਰੀਪੋਟੈਂਟ ਹੀਮੈਟੋਪੋਇਟਿਕ ਸਟੈਮ ਸੈਲਸ ਤੋਂ ਮਾਈਲॉयड ਪ੍ਰੋਜੀਨੇਟਰ ਸੈਲਸ ਬਣ ਗਿਆ ਅਤੇ ਲਿੰਫੋਇਡ ਪ੍ਰੋਜੀਨੇਟਰ ਸੈਲਸ ਬਣ ਗਿਆ। ਬਟ ਜਿਹੜੇ RBCs ਆ ਐਰਥਰੋਪਾਇਸਿਸ ਆ ਉਹ ਸੈਕੰਡਰੀ ਮਾਈਲॉयड ਸਟੈਮ ਸੈਲਸ ਤੋਂ ਹੀ ਜਨਰੇਟ ਹੁੰਦਾ। ਸੋ ਇਸ ਤੋਂ ਸਾਡੇ ਕੋਲ ਸਟੇਜ ਆ ਗਈ ਪ੍ਰੋ ਨੋਰਮੋਬਲਾਸਟ, ਦੈਨ ਬੇਸੋਫਿਲਿਕ ਇਰਥਰੋਬਲਾਸਟ, ਦੈਨ ਪੋਲੀਕ੍ਰੋਮੈਟਿਕ ਇਰਥਰੋਬਲਾਸਟ, ਫਿਰ ਪੋਲੀਕ੍ਰੋਮੈਟਿਕ ਇਰਥਰੋਸਾਈਟ ਜਾਂ ਰੈਟੀਕੂਲੋਸਾਈਟਸ, ਦੈਨ ਫਾਈਨਲੀ ਇਰਥਰੋਸਾਈਟਸ। ਸੋ ਇਸ ਤਰ੍ਹਾਂ ਇਸ ਇਰਥਰੋਪਾਇਸਿਸ ਨੂੰ ਫੋਲੋ ਕਰਕੇ ਸਾਡੇ ਕੋਲ ਫੁੱਲੀ ਮੈਚਿਓਰ RBCs ਆ ਜਾਂਦਾ। ਬਟ ਕੁਐਸਚਨ ਅਰਾਈਜ਼ ਹੁੰਦਾ ਕਿ ਇੱਕ ਸਟੇਜ ਤੋਂ ਦੂਜੀ ਸਟੇਜ ਤੱਕ ਡਿਵੈਲਪਮੈਂਟ ਸਟੇਜ ਜਾਣ ਵਾਸਤੇ ਸਾਨੂੰ ਡਿਫਰੈਂਟ ਡਿਵੈਲਪਮੈਂਟ ਫੈਕਟਰ ਜਾਂ ਗਰੋਥ ਫੈਕਟਰ ਚਾਹੀਦੇ ਆ। ਇਹ ਬਿਲਕੁਲ ਉਸੇ ਤਰ੍ਹਾਂ ਜਿਵੇਂ ਕੋਈ ਨਿਊਲੀ ਬੋਰਨ ਬੇਬੀ ਪੈਦਾ ਹੁੰਦਾ ਤਾਂ ਹੌਲੀ ਹੌਲੀ ਉਹਦਾ ਵੇਟ, ਉਹਦੀ ਹਾਈਟ ਵੱਧਦੀ ਆ ਅਤੇ ਉਸ ਨੂੰ ਵੇਟ ਹਾਈਟ ਵਧਣ ਵਾਸਤੇ ਉਹਨੂੰ ਖੁਰਾਕ ਦੀ ਲੋੜ ਹੈ, ਨਿਊਟ੍ਰੀਸ਼ਨ ਦੀ ਲੋੜ ਹੈ, ਤਾਂ ਹੀ ਉਹ ਵੱਖ ਡਿਫਰੈਂਟ ਸਟੇਜਿਸ ਤੋਂ ਪਾਰ ਕਰਦਾ। ਫਿਰ ਫੁੱਲੀ ਮੈਚਿਓਰ ਮੇਲ ਜਾਂ ਫੀਮੇਲ ਕਨਵਰਟ ਹੋ ਜਾਏਗਾ, ਦੈਨ ਏਜਡ ਸਟੇਜ ਦੇ ਵਿੱਚ ਆ ਜਾਂਦਾ, ਬੁੱਢਾ ਹੋ ਜਾਂਦਾ। ਸੋ ਸੇਮ ਹੀ ਸੈਲਸ ਦੇ ਨਾਲ ਹੈ, ਇੱਕ ਸਟੇਜ ਤੋਂ ਅਗਲੀ ਡਿਵੈਲਪਮੈਂਟ ਸਟੇਜ ਜਾਣ ਵਾਸਤੇ ਉਹਨਾਂ ਨੂੰ
ਕੁਛ ਡਿਵੈਲਪਮੈਂਟ ਫੈਕਟਰ, ਗਰੋਥ ਫੈਕਟਰਸ ਚਾਹੀਦੇ ਹੁੰਦੇ ਆ। ਸੋ ਅਲੱਗ-ਅਲੱਗ ਗਰੋਥ ਫੈਕਟਰਸ ਆ ਜਿਹੜੇ ਰਿਸਪੋਂਸੀਬਲ ਆ ਐਰੀਥਰੋਪੋਇਸਿਸ ਵਾਸਤੇ। ਉਹਨਾਂ 'ਚੋਂ ਇੰਟਰਲਿਊਕਿਨਸ, GM-CSF, SCF, EPO, ਇਰਥਰੋਪੋਇਟਿਨਸ ਗਰੋਥ ਫੈਕਟਰ ਅਤੇ ਡਿਵੈਲਪਮੈਂਟ ਫੈਕਟਰਸ ਆ, ਜਿਨ੍ਹਾਂ ਦੀ ਮਦਦ ਦੇ ਨਾਲ ਇਹ ਅਗਲੀ ਡਿਵੈਲਪਮੈਂਟ ਸਟੇਜ 'ਚ ਜਾਂਦੇ ਆ ਅਤੇ ਫਾਈਨਲੀ ਸਾਨੂੰ ਇਰਥਰੋਸਾਈਟਸ ਮਿਲ ਜਾਂਦਾ, ਜਿਹੜਾ ਕਿ ਆਕਸੀਜਨ ਕੈਰੀ ਜਾਂ ਕਾਰਬਨ ਡਾਈਆਕਸਾਈਡ ਜਾਂ ਰੈਸਪੀਰੇਟਰੀ ਗੈਸਿਸ ਐਕਸਚੇਂਜ ਕਰਨ ਦੇ ਵਿੱਚ ਸક્ષਮ ਹੋ ਜਾਂਦਾ। ਸੋ ਕਿਹੜੇ ਫੈਕਟਰਸ ਆ ਜਾਂ ਗਰੋਥ ਫੈਕਟਰਸ ਆ ਜਿਹੜੇ ਰੋਲ ਪਲੇ ਕਰਦੇ ਆ ਇਰਥਰੋਪੋਇਸਿਸ ਦੇ ਵਿੱਚ? ਫਸਟ ਆ ਗਰੋਥ ਐਂਡ ਡਿਵੈਲਪਮੈਂਟ ਫੈਕਟਰ, ਜਿਹਨੂੰ ਆਪਾਂ ਸਟੈਮ ਸੈਲ ਫੈਕਟਰ ਹੋ ਗਿਆ, SCF, GM-CS ਗ੍ਰੈਨੂਲੋਸਾਈਟ ਮੈਕਰੋਫਾਜ ਕਲੋਨੀ ਸਟੀਮੂਲੇਟਿੰਗ ਫੈਕਟਰ, EPO, ਇਰਥਰੋਪੋਇਟਿਨ। ਸੋ ਇਰਥਰੋਪੋਇਟਿਨ ਕੀ ਹੈ? ਇੱਕ ਪ੍ਰੋਟੀਨ ਹੈ ਵਿਚ ਇਜ਼ ਪ੍ਰੋਡਿਊਸਡ ਬਾਏ ਦਾ ਕਿਡਨੀ। ਸੋ ਇਹ ਇੰਪੋਰਟੈਂਟ ਰੋਲ ਪਲੇ ਕਰਦਾ ਇਰਥਰੋਪੋਇਸਿਸ ਦੇ ਵਿੱਚ। ਇਸ ਤੋਂ ਇਲਾਵਾ ਨਿਊਟ੍ਰੀਸ਼ਨਲ ਫੈਕਟਰਸ ਜਿੱਦਾਂ ਕਿ ਵਿਟਾਮਿਨ B12, ਫੋਲਿਕ ਐਸਿਡ, ਵਿਟਾਮਿਨ B6, ਵਿਟਾਮਿਨ C ਐਂਡ ਆਇਰਨ, ਕੋਬਾਲਟ, ਜ਼ਿੰਕ, ਕਾਪਰ ਐਂਡ ਅਮਾਈਨੋ ਐਸਿਡਸ, ਇਹ ਨਿਊਟ੍ਰੀਸ਼ਨਲ ਫੈਕਟਰਸ ਆ ਜਿਹੜੇ ਜਿਨ੍ਹਾਂ ਦੀ ਲੋੜ ਪੈਂਦੀ ਆ ਡਿਵੈਲਪਮੈਂਟ ਆਫ ਦਾ RBCs ਇੱਕ ਸਟੇਜ ਤੋਂ ਦੂਜੀ ਸਟੇਜ ਤੱਕ ਜਾਣ ਵਾਸਤੇ। ਅਤੇ ਹਾਰਮੋਨਲ ਫੈਕਟਰ ਵੀ ਹੈਵ ਆਲਰੇਡੀ ਡਿਸਕਸ ਵਿਚ ਇਜ਼ ਸਕਰੀਡ ਬਾਈ ਕਿਡਨੀ। ਇਰਥਰੋਪੋਇਟਿਨ ਚਾਹੀਦਾ ਇਰਥਰੋਪੋਇਸਿਸ ਦੇ ਦੌਰਾਨ। ਅਤੇ ਉਸ ਤੋਂ ਇਲਾਵਾ ਹੈਲਦੀ ਲਿਵਰ ਅਤੇ ਹੈਲਦੀ ਬੋਨ ਮੈਰੋ ਹੋਣਾ ਚਾਹੀਦਾ, ਤਾਂ ਜੋ ਡਿਫਰੈਂਟ ਡਿਵੈਲਪਮੈਂਟ ਸਟੇਜਿਸ RBCs ਦੀਆਂ ਬਣ ਸਕਣ, ਜਿਹੜਾ ਅਲਟੀਮੇਟਲੀ ਸਾਨੂੰ RBCs ਦੇਵੇ, ਜਿਹਦਾ ਮੇਨ ਕੰਮ ਕੀ ਹੈਗਾ? ਆਕਸੀਜਨ ਨੂੰ ਕੈਰੀ ਕਰਨਾ। ਸੋ ਇਹਦੇ ਨਾਲ ਹੀ ਆਪਣਾ ਇਰਥਰੋਪੋਇਸਿਸ ਜਿਹੜਾ ਹੈਗਾ ਮੇਨ ਕਵਰ ਹੋ ਜਾਂਦਾ। ਇਸ ਤੋਂ ਇਲਾਵਾ ਇਰਥਰੋਪੋਇਸਿਸ ਨੂੰ ਜਿਹੜੀਆਂ ਹੋਰ ਚੀਜ਼ਾਂ ਪ੍ਰਭਾਵ ਕਰਦੀਆਂ ਉਹ ਹੈਗਾ ਹਾਈਪੋਕਸੀਆ। ਹਾਈਪੋਕਸੀਆ ਦਾ ਮਤਲਬ ਹੁੰਦਾ ਲੈਸ ਅਮਾਊਂਟ ਆਫ ਆਕਸੀਜਨ। ਜਦੋਂ ਸਾਡੀ ਬਾਡੀ ਦੇ ਵਿੱਚ ਆਕਸੀਜਨ ਦਾ ਅਮਾਊਂਟ ਘੱਟ ਜਾਂਦਾ ਤਾਂ ਉਹ ਕੀ ਕਰਦਾ? ਇਰਥਰੋਪੋਇਟਿਨ ਦੀ ਪ੍ਰੋਡਕਸ਼ਨ ਨੂੰ ਵਧਾ ਦਿੰਦਾ। ਮਤਲਬ ਸਾਡੇ ਕਿਡਨੀਜ਼ ਉਸ ਟਾਈਮ ਜ਼ਿਆਦਾ ਇਰਥਰੋਪੋਇਟਿਨਸ ਸਿਕ੍ਰੀਟ ਕਰਦੀਆਂ। ਸੋ ਇਹ ਇਰਥਰੋਪੋਇਟਿਨਸ ਅੱਗੇ ਫਰਦਰ ਟ੍ਰਿਗਰ ਕਰ ਦਿੰਦਾ ਇਰਥਰੋਪੋਇਸਿਸ ਨੂੰ, ਜਿਹਦੇ ਨਾਲ ਕੀ ਆ ਸਾਡੀ ਬਾਡੀ ਦੇ ਵਿੱਚ RBCs ਦਾ ਬਣਨਾ ਜਿਹੜਾ ਜਾਂ ਉਹਦੀ ਡਿਵੈਲਪਮੈਂਟ ਸਟੇਜਿਸ ਦਾ ਬਣਨਾ ਸ਼ੁਰੂ ਹੋ ਜਾਂਦਾ। ਸੋ ਹਾਈਪੋਕਸੀਆ, ਆਕਸੀਜਨ ਦੀ ਕਮੀ ਵੀ ਸਾਡੀ ਬਾਡੀ ਦੇ ਵਿੱਚ ਇੱਕ ਫੈਕਟਰ ਆ ਜਿਹੜਾ ਇਰਥਰੋਪੋਇਸਿਸ ਨੂੰ ਟ੍ਰਿਗਰ ਕਰਦਾ ਹੈ, ਸ਼ੁਰੂ ਕਰਦਾ ਹੈ। ਇਸ ਤੋਂ ਇਲਾਵਾ ਇਰਥਰੋਪੋਇਸਿਸ ਕਈ ਕੇਸਿਸ ਦੇ ਵਿੱਚ ਘੱਟ ਵੀ ਸਕਦੀ ਹੈ ਜਦੋਂ ਬੋਨ ਮੈਰੋ ਦਾ ਐਕਸਪੋਜ਼ਰ ਹੋ ਜਾਵੇ ਐਕਸ-ਰੇਜ਼ ਨਾਲ ਜਾਂ ਕਿਸੇ ਹੋਰ ਰੇਜ਼ ਦੇ ਨਾਲ, ਜਾਂ ਕੋਈ ਮੈਡੀਕੇਸ਼ਨ ਜਾਂ ਟਰੀਟਮੈਂਟ ਦਿੱਤੀ ਜਾਵੇ ਜਿਹਦੇ ਨਾਲ ਕੀ ਹੈ ਬੋਨ ਮੈਰੋ ਸਪਰੈਸ ਹੋ ਜਾਵੇ। ਉਸ ਟਾਈਮ ਇਰਥਰੋਪੋਇਸਿਸ ਜਿਹੜਾ ਹੈਗਾ ਉਹ ਘੱਟ ਸਕਦਾ। ਸੋ ਇਸ ਦੇ ਨਾਲ ਹੀ ਸਾਡਾ ਇਰਥਰੋਪੋਇਸਿਸ ਜਿਹੜਾ ਉਹ ਕਵਰ ਹੋ ਜਾਂਦਾ। So please do subscribe my channel and press the bell icon or bell button, and also like, comment and share. Thanks for watching.